Hello students, how are you? Hope you are very well at home. This is your Punjabi teacher from वशिष्ठ स्कूल ऊना। बेटा आज हम पढ़ेंगे वार्तक भाग में से पार्ट नंबर 2 मुड़ वेख्या पिंड। इसके राइटर हैं बलराज साहनी जी। ठीक है बेटा, इसके हम रीडिंग करेंगे चैप्टर की। सबसे पहले हम इसका जो है पाठ का सार पढ़ेंगे। ठीक है, मुड़ वेख्या पिंड ਦਾ ਸਾਰ ਆਪਣੇ ਸ਼ਬਦਾਂ ਵਿੱਚ ਲਿਖੋ। ठीक है, सबसे पहले है मुड़ वेख्या पिंड। वार्तक लेख बलराज साहनी द्वारा लिखा हुआ है। इसके राइटर या लेखक हैं बलराज साहनी जी। ये वार्तक लेख उन्होंने सफ़रनामा मेरा पाकिस्तानी सफ़रनामा विचों लिया गया है। बेटा सफ़रनामा उसको बोलते हैं जिसमें जो लेखक है वो अपने की हुई सफ़र या यात्रा ਦੇ ਬਾਰੇ ਆਪਣੇ ਸ਼ਬਦਾਂ ਵਿੱਚ ਲਿਖਣ। ਠੀਕ ਹੈ, ਉਸ ਨੂੰ ਸਫ਼ਰਨਾਮਾ ਕਿਹਾ ਜਾਂਦਾ ਹੈ। ਇਸ ਵਿੱਚ ਬਲਰਾਜ ਸਾਹਨੀ ਜੀ ਨੇ ਪਾਕਿਸਤਾਨੀ ਸਫ਼ਰਨਾਮੇ ਦੀ ਗੱਲ ਕੀਤੀ ਹੈ। ਸਫ਼ਰਨਾਮੇ ਵਿੱਚ ਉਸ ਸਥਾਨ, ਉਸ ਸਮੇਂ ਤੇ ਉੱਥੇ ਦੀਆਂ ਘਟਨਾਵਾਂ ਦੇ ਬਾਰੇ ਜਾਣਕਾਰੀ ਦਿੰਦਾ ਹੈ ਅਤੇ ਆਪਣੇ ਸ਼ਬਦਾਂ ਵਿੱਚ ਹੀ ਬਿਆਨ ਕਰਦਾ ਹੈ। ਠੀਕ ਹੈ, आगे बढ़ते हैं। इस लेख ਵਿੱਚ ਲੇਖਕ ਨੇ ਆਪਣੀ ਜਨਮ ਭੂਮੀ ਨਾਲ ਜੁੜੀਆਂ ਹੋਈਆਂ ਯਾਦਾਂ ਨੂੰ ਮੁੜ ਕੇ ਤਾਜ਼ਾ ਕੀਤਾ ਹੈ। ਇਸ ਵਿੱਚ ਜਾਂ ਇਸ ਵਾਰਤਕ ਲੇਖ ਦਾ ਸੰਖੇਪ ਸਾਰ ਇਸ ਤਰ੍ਹਾਂ ਹੈ। ਲੇਖਕ ਆਪਣੇ ਮਿੱਤਰ ਸਿਕੰਦਰ ਅਤੇ 2 ਹੋਰ ਦੋਸਤਾਂ ਨਾਲ 16 ਅਕਤੂਬਰ 1962 ਨੂੰ ਆਪਣੇ ਪਿੰਡ ਭੇਰੇ ਜਾਣ ਲਈ ਤਿਆਰ ਹੋਇਆ। 40 ਸਾਲ ਪਹਿਲਾਂ ਜਦੋਂ ਉਸਨੇ ਆਪਣਾ ਪਿੰਡ ਵੇਖਿਆ ਸੀ उस वक्त उसकी उम्र 8-9 साल की सी। पाकिस्तान विच भेरा एक निक्का जिहा शहर सी जिस विच साहनियां दा, कोहलियां दा, आनंदां दा आदि अलग अलग मुहल्ला सी। हर मुहल्ले का अपना दरवाज़ा हुंदा सी। लेखक नूं याद आउंदा है कि उसके ताई जी अपनियां सहेलियां नाल जेहलम दरिया इशनान करन लई जांदे सन। कदे कदे लेखक ਅਤੇ ਉਸਦਾ ਛੋਟਾ ਭਰਾ ਭੀਸ਼ਮ ਵੀ ਉਸ ਨਾਲ ਹੀ ਤੁਰ ਪੈਂਦੇ ਸਨ। ਦਰਿਆ ਤੱਕ ਪਹੁੰਚਣ ਲਈ 3 ਪੜਾਅ ਤੈਅ ਕਰਨੇ ਪੈਂਦੇ ਸਨ: ਚਿੜੀ ਚੌਕ, ਘੜੀ ਭੰਨ ਅਤੇ ਔਖਾ ਪੈਂਡਾ। ਚਿੜੀ ਚੌਕ ਦੇ ਨੇੜੇ ਮੈਦਾਨ ਵਿੱਚ ਤ੍ਰਿੰਜਣ ਦਾ ਮੇਲਾ ਲੱਗਦਾ ਜਿਸ ਵਿੱਚ ਸਾਰੇ ਸ਼ਹਿਰ ਦੀਆਂ ਕੁੜੀਆਂ ਇਕੱਠੀਆਂ ਹੁੰਦੀਆਂ ਅਤੇ ਕਦੀ ਲੇਖਕ ਦੇ ਘਰ ਦੀ ਡਿਊੜੀ ਕੋਲ ਰਾਤ ਨੂੰ ਇਹੀ ਮੇਲਾ ਲੱਗਦਾ। ਡਿਊੜੀ ਵਿੱਚ ਗਲੀ ਕੋ ਬੋਲਾ ਗਿਆ ਹੈ ਲੱਗਦਾ ਜਿਸ ਵਿੱਚ ਉਸ ਦੀਆਂ 2 ਭੈਣਾਂ ਅਤੇ ਮਾਤਾ ਦੀ ਪ੍ਰਧਾਨਗੀ ਹੁੰਦੀ। ਲੇਖਕ ਨੂੰ ਬਚਪਨ ਵਿੱਚ ਕੀਤੀਆਂ ਹੋਈਆਂ ਸਾਰੀਆਂ ਸ਼ਰਾਰਤਾਂ ਯਾਦ ਆਉਂਦੀਆਂ ਹਨ। ਖੂਹਾਂ ਦਾ ਪਾਣੀ, ਖੇਤਾਂ ਵਿੱਚ ਪੁੱਟੀਆਂ ਤਾਜ਼ੀਆਂ ਮੂਲੀਆਂ ਅਤੇ ਗਾਜਰਾਂ, ਲੁਕਣ ਮਿੱਟੀ ਦੇ ਖੇਡ ਆਦਿ। ਬੱਸ ਪੁੱਲੋਵਾਲ ਦੇ ਅੱਡੇ 'ਤੇ ਪੌਣੇ ਘੰਟੇ ਲਈ ਰੁਕੀ ਪਰ ਲੇਖਕ ਕੋਲ ਆਪਣਾ ਪਿੰਡ ਦੇਖਣ ਲਈ ਸਿਰਫ 3 ਹੀ ਘੰਟੇ ਸਨ। ਇਸ ਲਈ ਲੇਖਕ ਨੇ ਪ੍ਰਬੰਧਕ ਕੋਲ ਜਾ ਕੇ ਆਪਣੀ ਮਜਬੂਰੀ ਦੱਸੀ ਜਿਸ ਕਰਕੇ ਪ੍ਰਬੰਧਕ ਨੇ 15 ਮਿੰਟਾਂ ਵਿੱਚ ਹੀ ਬੱਸ ਤੋੜ ਦਿੱਤੀ। ਲੇਖਕ ਨੂੰ ਭੋਰੇ ਦਾ ਆਲਾ ਦੁਆਲਾ ਹਰਾ ਭਰਾ ਅਤੇ ਰਮਣੀਕ ਦੇਖ ਕੇ ਬਹੁਤ ਤਸੱਲੀ ਹੋਈ। ਰੇਲਵੇ ਸਟੇਸ਼ਨ ਤੋਂ ਉਤਰ ਕੇ ਭੇਰੇ ਆਉਂਦੇ ਵਕਤ ਸਾਨੀਆਂ ਦਾ ਮਹੱਲਾ ਸਭ ਤੋਂ ਪਹਿਲਾਂ ਆਉਂਦਾ ਸੀ ਪਰ ਬੱਸ ਅੱਡਾ ਸ਼ਹਿਰ ਦੇ ਪਿਛਲੇ ਦਰਵਾਜ਼ੇ ਉੱਪਰ ਬਣਿਆ ਸੀ ਜਿਸ ਨੂੰ ਬਲੋਚੀ ਦਰਵਾਜ਼ਾ ਆਖਦੇ ਸਨ। ਲੇਖਕ ਦੀ ਉਸ ਸ਼ਹਿਰ ਦੇ ਬਾਰੇ ਜਾਣਕਾਰੀ ਨੂੰ ਦੇਖ ਕੇ ਉਸ ਦੇ ਦੋਸਤ ਹੈਰਾਨ ਸਨ। ਬਲੋਚੀ ਦਰਵਾਜ਼ੇ ਅੰਦਰ ਦਾਖਲ ਹੁੰਦਿਆਂ ਸਾਰ ਹੀ ਲੇਖਕ ਅੰਦਰ ਅਜੀਬ ਖੁਸ਼ੀ ਦੀ ਲਹਿਰ ਦੌੜ ਗਈ। ਮੁਹੱਲੇ ਦੇ ਨੇੜੇ ਪਹੁੰਚ ਕੇ ਲੇਖਕ ਨੇ ਦੇਖਿਆ ਕਿ ਹਰ ਪਾਸੇ ਇਮਾਰਤਾਂ ਢੇਰੀ ਹੋਣ ਦੇ ਨਾਲ ਸਾਰਾ ਹੁਲੀਆ ਹੀ ਬਦਲੀ ਹੋ ਗਿਆ ਸੀ। ਗਲੀ ਦੀ ਨੁੱਕਰ ਵਿੱਚ ਖੂਹ ਦੇ ਨੇੜੇ ਉਸਦੇ ਚਾਚੇ ਦਾ ਘਰ ਸੀ। ਬੜੀ ਹੀ ਮੁਸ਼ਕਿਲ ਨਾਲ ਖੂਹ ਤਾਂ ਲੱਭ ਲਿਆ ਪਰ ਨੇੜੇ ਤੇੜੇ ਨਾ ਕੋਈ ਗਲੀ ਸੀ ਅਤੇ ਨਾ ਹੀ ਕੋਈ ਮਕਾਨ। ਸਾਰੇ ਪਾਸੇ ਮਲਬੇ ਦੇ ਢੇਰ ਲੱਗੇ ਹੋਏ ਸਨ। ਪੁੱਛਣ ਤੋਂ ਬਾਅਦ ਆਪਣੀ ਹੀ ਉਮਰ ਦੇ ਗੁਲਾਮ ਮੁਹੰਮਦ ਦਾ ਘਰ ਲੱਭਿਆ। ਲੇਖਕ ਦੁਆਰਾ ਆਪਣੀ ਪਹਿਚਾਣ ਕਰਾਉਣ 'ਤੇ ਮਾਤਾ ਪਿਤਾ ਦਾ ਨਾਂ ਦੱਸਣ 'ਤੇ ਉਹ ਇੱਕ ਦੂਸਰੇ ਨੂੰ ਗਲ ਲੱਗ ਕੇ ਮਿਲੇ। ਗੁਲਾਮ ਮੁਹੰਮਦ ਉਹਨਾਂ ਨੂੰ ਆਪਣੇ ਘਰ ਲੈ ਗਿਆ। ਉਸਨੇ ਆਪਣਾ ਘਰ ਨਵਾਂ ਹੀ ਬਣਾਇਆ ਸੀ। ਉਸਦੇ ਪੁੱਤਰ ਅਨਵਰ ਨੇ ਆ ਕੇ ਲੇਖਕ ਨੂੰ ਮੱਥਾ ਟੇਕਿਆ। ਉਹ 18 ਕੁ ਵਰ੍ਹਿਆਂ ਦਾ ਨੌਜਵਾਨ ਸੀ। ਲੇਖਕ ਨੇ ਚੌਧਰੀ ਸਾਹਿਬ ਕੋਲੋਂ ਆਪਣੇ ਘਰ ਬਾਰੇ ਪੁੱਛਿਆ ਪਰ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ। ਲੇਖਕ ਨੂੰ ਸ਼ੱਕ ਹੋਇਆ ਕਿ ਸ਼ਾਇਦ ਜਿਸ ਮਕਾਨ ਵਿੱਚ ਉਹ ਬੈਠਾ ਹੈ ਇਹੀ ਮਕਾਨ ਉਸਦਾ ਹੈ। ਮਕਾਨ ਅੱਗੇ ਟਿੱਬੇ ਦੇਖ ਕੇ ਉਸ ਨੂੰ ਸ਼ੱਕ ਹੋਰ ਪੱਕਾ ਹੋ ਗਿਆ
कि एक पासे लेखक नूं तसल्ली भी सी कि उसकी खानदानी चीज़ उसका भरा कोल ही सी। दोस्तां वालों वार वार कहण ते चौधरी साहब नूं कह के अपने दोस्त मुहम्मद नूं बुला लिया, पर दोस्त मुहम्मद नूं भी लेखक का घर याद नहीं आया। बीते समय नूं याद करके बुढ़े दोस्त मुहम्मद दीआं अखां विचों भी अथरू छलकण लग गए सन। दोस्त सिकंदर के कहण ते लेखक बाहर चक्कर लगाउण लई निकल पिया। अचानक लेखक एक ओपरी जही गली विच आ गया। उसनूं याद आया कि वो छोटा हुंदा इस गली विच खेडदा हुंदा सी। सिकंदर के कहण ते लेखक नूं एक सिरे तो दूसरे सिरे तक चक्कर मारन लई कहा तां लेखक एक घर के अगे जाके खलो गया। उसके घर विच लेखक बचपन विच खेडदा हुंदा सी। उसका दोस्त भी उसके घर विच रहिंदा हुंदा सी। आगे है पौड़ियाँ कोल चादर लपेट के पे आदमी कोलों इजाज़त लैके लेखक पौड़ियाँ चढ़ के कोठे उपर पहुँच गया। उसने अपनियां अखां दे सामने अपने घर की उपरली ड्योड़ी देखी। सज्जे पासे वो चीख उठिया, ओह ओह साडा घर। उसके कमरे विच मेरी भैन की कुड़माई हुई सी, ओह साडी रसोई। इन्नी गल कह के लेखक जज्बाती हो के रोंदा होया मिट्टी दे नाल पोचे फर्श उपर ढेरी हो गया। लेखक के दोस्तों ने उसनूं हौसला देने का यतन किया, पर लेखक अपने आप ते काबू ना पा सकिया। वो अपनी मर चुकी भैन नूं याद करके रो रहा सी। उसनूं अपने आप उत्ते शर्म भी आ रही सी कि वो बगाने देश, बगाने थां अते बगाने लोकां विच ਇਹ की कर रहा सी। इस पाठ का सार जो मुड़ वेख्या पिंड, इस तो ही पता लगता है कि लेखक किस तरह जज्बाती हो जाता है जब वो अपना पाकिस्तान विच घर पुराना घर देखता है अते पुराने दोस्तों नूं मिल के किस तरह वो जज्बाती हो जाता है। इस विच बेटा उसने अपने जो पुराने घर दीयां यादां अते पाकिस्तानी सफ़रनामे की गल की है। इस विच लेखक ने जदों अपने घर नूं देखिया तो जज्बाती हो गया तो उसके अखां विचों अथरू भी निकल आए अते किस तरह वो अपनी भैन की याद विच जदों उसकी कुड़माई हुई तो उस समय नूं याद करता है। पर बाद विच जदों वो ये सब कुछ देख के सोचता है कि हुण वो इस बेगाने देश विच किस तरह बेगाने लोकां विच की कर रहा है। ठीक है बेटा। इस तरह बेटा जो मुड़ वेख्या पिंड पाठ का सार है वो बलराज सानी जो कि लेखक हैं उन्होंने अपने पाकिस्तानी सफ़रनामे विचों कुछ घटनावां पेश कीतियां हन जो कि सानू उन्हां दी शख्सियत के बारे पता लगता है अते असीं अपने पुराने पिंडां जां मकानां नूं नहीं भूल सकते, उसके बारे दस्या है। ठीक है। इसके साथ ही बेटा आपने इस पाठ नंबर 2 जो मुड़ वेख्या पिंड, इसकी आपने बेटा रीडिंग करनी है। ठीक है। ध्यान से आपने ये रीड करना है। ओके बेटा, टेक केयर।